पंजाबी यूनिवर्सिटी गुरु काशी कैंपस दमदमा साहिब तलवंडी साबो विखे विद्यार्थी मेला सफलतापूर्ण संपन्न। पंजाबी यूनिवर्सिटी गुरु काशी कैंपस दमदमा साहिब तलवंडी साबो विखे गुरु काशी भाषावां विभाग ਅਤੇ सोशल साइंसिस विभाग ਵੱਲੋਂ ਮਿਤੀ 13 ਜੂਨ 2022 ਨੂੰ ਵਿਦਿਆਰਥੀ ਮੇਲਾ ਕਰਵਾਇਆ ਗਿਆ। ਇਹ ਮੇਲਾ ਵਿਦਿਆਰਥੀਆਂ ਵਿੱਚ ਸਾਹਿਤਕ ਰੁਚੀਆਂ ਪੈਦਾ ਕਰਨ ਅਤੇ ਸਾਹਿਤ ਸਿਰਜਣਾ ਪ੍ਰਤੀ ਪ੍ਰੇਰਿਤ ਕਰਨ ਦੇ ਲਈ ਇੱਕ ਸ਼ਲਾਘਾਯੋਗ ਕਦਮ ਰਿਹਾ। ਨਾਲ ਹੀ ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਨਾਲ ਸੰਬੰਧਿਤ ਵਿਸ਼ਿਆਂ ਦੀ ਚਰਚਾ ਕੀਤੀ ਗਈ। ਇਸ ਦੌਰਾਨ ਇੱਕ ਲਿਖਤੀ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਭਾਰਤੀ ਸੰਵਿਧਾਨ, ਅੰਮ੍ਰਿਤਾ ਪ੍ਰੀਤਮ, ਖੁਸ਼ਵੰਤ ਸਿੰਘ, ਸ਼ਹੀਦ ਭਗਤ ਸਿੰਘ ਅਤੇ ਵਿਲੀਅਮ ਸ਼ੇਕਸਪੀਅਰ ਨਾਲ ਸੰਬੰਧਿਤ 60 ਪ੍ਰਸ਼ਨ ਪੁੱਛੇ ਗਏ। ਇਸ ਮੇਲੇ ਵਿੱਚ ਵੱਖ-ਵੱਖ ਕਾਲਜਾਂ ਅਤੇ ਕੈਂਪਸ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਵੇਂ ਝਨੀਰ, ਬਠਿੰਡਾ, ਮਾਨਸਾ, ਸਰਦੂਲਗੜ੍ਹ, ਢੁੱਡੀਕੇ ਆਦਿ। ਇਸ ਲਿਖਤੀ ਪ੍ਰਤੀਯੋਗਤਾ ਵਿੱਚ ਲਗਭਗ 300 ਵਿਦਿਆਰਥੀਆਂ ਨੇ ਭਾਗ ਲਿਆ। ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਰਾਸ਼ੀ ਕ੍ਰਮਵਾਰ 2100, 1500, 1100 ਅਤੇ ਸਰਟੀਫਿਕੇਟ ਦਿੱਤੇ ਗਏ। ਇਸ ਲਿਖਤੀ ਪ੍ਰਤੀਯੋਗਤਾ 'ਚ ਪਹਿਲਾ ਸਥਾਨ ਨਵਦੀਪ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ, ਦੂਸਰਾ ਸਥਾਨ ਕਮਲ ਕਿਰਨ ਕੌਰ ਬਾਬਾ ਧਿਆਨ ਦਾਸ ਨੇਬਰਹੁੱਡ ਕੈਂਪਸ ਝਨੀਰ ਤੇ ਬਰਨੀਤ ਕੌਰ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਅਤੇ ਤੀਸਰਾ ਸਥਾਨ ਗੀਤਾ ਰਾਣੀ ਕੁਲਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਨੇ ਹਾਸਲ ਕੀਤਾ ਅਤੇ ਬਾਕੀ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ। ਇਸ ਮੇਲੇ ਵਿੱਚ ਲਿਖਤੀ ਪ੍ਰਤੀਯੋਗਤਾ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਾਜਨੀਤੀ ਸ਼ਾਸਤਰ ਦੇ ਫਿਲਾਸਫੀ ਵਿਭਾਗ ਦੇ ਵਿਦਿਆਰਥੀ ਕਮਲਦੀਪ ਸਿੰਘ, ਹਰੀਸ਼, ਤਰੁਣ, ਯਾਮਨੀ ਅਤੇ ਅਸ਼ਪ੍ਰੀਨ ਨੇ ਸਿਰਜਣਾਤਮਕ ਸੋਚ ਤੇ ਗਤੀਵਿਧੀਆਂ ਨਾਲ ਸੰਬੰਧਿਤ ਇੱਕ ਵਰਕਸ਼ਾਪ ਲਗਾਈ। ਨਾਲ ਹੀ ਉਹਨਾਂ ਨੇ ਇਸ ਨੁਕਤੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਕਿ ਸਵਾਲ ਕਿਵੇਂ ਪੁੱਛਿਆ ਜਾਵੇ। ਗੁਰੂ ਕਾਸ਼ੀ ਵਿਭਾਗ ਦੇ ਖੁਜਾਰਥੀ ਵਿੱਕੀ ਮਹੇਸ਼ਰੀ ਨੇ ਵੀ ਵਿਦਿਆਰਥੀਆਂ ਨਾਲ ਆਪਣੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਵਰਕਸ਼ਾਪ ਵਿੱਚ ਵਿਦਿਆਰਥੀਆਂ ਨੇ ਬੜੀ ਹੀ ਉਤਸੁਕਤਾ ਨਾਲ ਭਾਗ ਲਿਆ। ਇਸ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜੋ ਵਿਦਿਆਰਥੀਆਂ ਲਈ ਬੜੀ ਲਾਹੇਵੰਦ ਸਿੱਧ ਹੋਈ। ਇਸ ਮੌਕੇ ਤਲਵੰਡੀ ਸਾਬੋ ਦੇ ਐਮਐਲਏ ਬਲਜਿੰਦਰ ਕੌਰ ਦੇ ਭਰਾ ਉਦੈਵੀਰ ਸਿੰਘ ਪਹੁੰਚੇ। ਉਹਨਾਂ ਨੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਅਤੇ ਗੁਰੂ ਕਾਸ਼ੀ ਸੋਸ਼ਲ ਸਾਇੰਸਿਸ ਵਿਭਾਗ ਨੂੰ 5000 ਰੁਪਏ ਦੀ ਰਾਸ਼ੀ ਭੇਟ ਕੀਤੀ। ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਦੇ ਮੁਖੀ ਡਾਕਟਰ ਸੁਸ਼ੀਲ ਕੁਮਾਰ ਅਤੇ ਗੁਰੂ ਕਾਸ਼ੀ ਸੋਸ਼ਲ ਸਾਇੰਸਿਸ ਵਿਭਾਗ ਦੇ ਮੁਖੀ ਡਾਕਟਰ ਅਮਨਦੀਪ ਸਿੰਘ ਸੇਖੋਂ ਨੇ ਵੱਖ-ਵੱਖ ਕਾਲਜਾਂ ਤੇ ਕੈਂਪਸ ਤੋਂ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕ ਸਾਹਿਬਾਨਾਂ ਨੂੰ ਤਹਿ ਦਿਲੋਂ ਧੰਨਵਾਦ ਆਖਿਆ। ਇਸ ਮੇਲੇ ਦੇ ਕੋਆਰਡੀਨੇਟਰ ਡਾਕਟਰ ਬਲਦੇਵ ਸਿੰਘ ਸ਼ੇਰਗਿੱਲ ਅਤੇ ਡਾਕਟਰ ਸੁਨੀਤਾ ਸਿੰਘ ਰਹੇ ਅਤੇ ਸਟੇਜ ਸੰਚਾਲਨ ਦੀ ਭੂਮਿਕਾ ਡਾਕਟਰ ਮਨਵਿੰਦਰ ਕੌਰ ਨੇ ਨਿਭਾਈ। ਕੈਂਪਸ ਡਾਇਰੈਕਟਰ ਨੇ ਵਿਭਾਗਾਂ ਦੇ ਸਾਰੇ ਅਧਿਆਪਕਾਂ ਦਾ ਇਸ ਮੇਲੇ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਮੇਰਾ ਨਾਮ ਹੈ ਵਿੱਕੀ ਮਹੇਸ਼ਰੀ, ਮੈਂ PhD ਕਰ ਰਿਹਾ ਪਰਫਾਰਮੈਂਸ ਤੇ। ਅੱਜ ਇੱਥੇ ਤਲਵੰਡੀ ਸਾਬੋ ਕੈਂਪਸ ਦੇ ਵਿੱਚ ਇੱਕ ਵਰਕਸ਼ਾਪ ਸੀ, ਇੱਕ ਰੋਜ਼ਾ, ਜਿਹਦੇ 'ਚ ਇੱਥੇ ਨਾਲ ਲੱਗਦੇ ਏਰੀਏ ਦੇ ਸਾਰੇ ਕਾਲਜਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਦੇ ਵਿੱਚ ਹਿੱਸਾ ਲਿਆ। ਅੱਜ ਜਦੋਂ ਮਤਲਬ ਗਰਮੀ ਇੰਨੇ ਜ਼ੋਰ ਤੇ ਹੋਵੇ, ਉਸ ਵੇਲੇ ਵੀ ਵਿਦਿਆਰਥੀ ਲਗਭਗ 450 ਵਿਦਿਆਰਥੀ ਇੱਕ ਕੰਪੀਟੀਸ਼ਨ 'ਚ ਆ ਕੇ ਬੈਠਾ, ਜਿਹਦੇ 'ਚ ਕੁਝ ਪ੍ਰਾਈਜ਼ ਡਿਸਟਰੀਬਿਊਸ਼ਨ ਕਰਕੇ ਕੁਝ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਤੇ ਇੱਕ ਵਰਕਸ਼ਾਪ ਸੀ ਜਿਹਦੇ 'ਚ ਸਾਰੇ ਵਿਦਿਆਰਥੀਆਂ ਨੇ ਹਿੱਸਾ ਲੈ ਕੇ ਕ੍ਰੀਏਟਿਵ ਰਾਈਟਿੰਗ, ਜਿਹਨੂੰ ਆਪਾਂ ਸਿਰਜਨਾਤਮਕ ਰਚਨਾਵਾਂ ਕਿਵੇਂ ਲਿਖੀਆਂ ਜਾਣ, ਉਹਦੇ ਤੇ ਇੱਕ ਵਰਕਸ਼ਾਪ ਹੋਈ, ਜਿਹਦੇ ਵਿੱਚ ਇੱਕ ਵਿਸ਼ੇ ਤੇ ਬੋਲਣ ਦਾ ਮੌਕਾ ਮੈਨੂੰ ਮਿਲਿਆ। ਇੱਕ ਫਿਲਾਸਫੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਤੋਂ ਸੱਜਣ ਆਏ ਸੀ, ਉਹਨਾਂ ਨੇ ਗੱਲਾਂ ਕੀਤੀਆਂ। ਸੋ ਓਵਰਆਲ ਇਸ ਵਰਕਸ਼ਾਪ ਦਾ ਪਰਪਸ ਇਹ ਸੀ ਕਿ ਵਿਦਿਆਰਥੀ ਜਿਹੜੇ ਬਹੁਤ ਕੁਝ ਕਹਿਣਾ ਚਾਹੁੰਦੇ, ਜਿਨ੍ਹਾਂ ਦੇ ਮਨ ਦੇ ਅੰਦਰ ਬਹੁਤ ਸਾਰੇ ਵਲਵਲੇ ਆ, ਉਹਨਾਂ ਨੂੰ ਇੱਕ ਸਹੀ ਭਾਸ਼ਾ, ਇੱਕ ਸਹੀ ਈਡੀਅਮ ਮਿਲ ਸਕੇ, ਜਿਸ ਈਡੀਅਮ ਦੇ ਰਾਹੀਂ ਉਹ ਸਿਰਜਨਾਤਮਕ ਸ਼ੈਲੀ ਰਾਹੀਂ ਆਪਦੀ ਗੱਲ ਕਹਿ ਸਕਣ, ਚਾਹੇ ਉਹ ਕਵਿਤਾ ਰਾਹੀਂ ਕਹਿਣ, ਗੀਤ ਰਾਹੀਂ ਕਹਿਣ, ਕਹਾਣੀ ਲਿਖਣ, ਨਾਵਲ ਲਿਖਣ, ਜਾਂ ਈਵਨ ਫੇਸਬੁੱਕ ਤੇ ਪੋਸਟ ਲਿਖਣ ਵੇਲੇ ਵੀ ਸਾਡੇ ਸ਼ਬਦ ਆ ਜਿਹੜੇ ਉਹ ਕਿਵੇਂ ਕਿਸੇ ਰਚਨਾ ਨੂੰ ਵਧੀਆ ਬਣਾ ਸਕਦੇ ਆ ਤੇ ਲੋਕਾਂ ਨੂੰ ਗਾਈਡ ਕਰ ਸਕਦੇ। ਇਹ ਅੱਜ ਦੀ ਵਰਕਸ਼ਾਪ ਦਾ ਮੇਨ ਪਰਪਸ ਸੀ। ਤੁਹਾਡਾ ਆਪਣਾ ਵਿਸ਼ਾ ਕੀ ਰਿਹਾ ਸੀ? ਮੇਰਾ ਅੱਜ ਦਾ ਵਿਸ਼ਾ ਇਹ ਸੀ ਕਿ ਵਿਦਿਆਰਥੀਆਂ ਦੇ ਜੀਵਨ ਦੇ ਵਿੱਚ ਜਿਹੜੀ ਆਸੇ-ਪਾਸੇ ਦੀਆਂ ਚੀਜ਼ਾਂ, ਜਿਵੇਂ ਰਾਜਨੀਤੀ ਆ, ਵਿਦਿਆਰਥੀ ਜੀਵਨ 'ਚ ਉਹਦਾ ਕੀ ਪ੍ਰਭਾਵ ਆ। ਸਾਡੇ ਪੰਜਾਬ ਦੀ ਹਿਸਟਰੀ ਆ ਜਿਹੜੀ, ਜਿਹਦੇ 'ਚ ਭਗਤ ਸਿੰਘ ਆ, ਕਰਤਾਰ ਸਿੰਘ ਸਰਾਭਾ, ਬਾਬਾ ਨਾਨਕ ਆ, ਬਾਬਾ ਬੰਦਾ ਸਿੰਘ ਬਹਾਦਰ ਆ, ਇਹ ਸਾਰੀਆਂ ਸ਼ਖਸੀਅਤਾਂ ਸਾਨੂੰ ਕੇਸ ਭਵਿੱਖ ਵੱਲ ਇਸ਼ਾਰਾ ਕਰਦੀਆਂ। ਉਹਦੇ ਨਾਲ ਵਿਦਿਆਰਥੀਆਂ ਨਾਲ ਜੁੜੀਆਂ ਕਾਫੀ ਸਾਰੀਆਂ ਗੱਲਾਂ ਕਰਨ ਦਾ ਮੌਕਾ ਮਿਲਿਆ, ਜਿਹਦੇ ਵਿੱਚ ਮੇਨ ਤੌਰ ਤੇ ਅੱਜ ਪੰਜਾਬ ਦਾ ਹਾਲਾਤ ਆ ਜਿਹੜੇ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ, ਵੀ ਕਿਸ ਤਰੀਕੇ ਨਾਲ ਪੰਜਾਬ ਦੀ ਰੂਹ ਆ ਜਿਹੜੀ ਉਹਨੂੰ ਕਤਲ ਕਰਨ ਵਾਸਤੇ ਇੱਕ ਵੱਖਰੇ ਤਰੀਕੇ ਦਾ ਕਲਚਰ ਆ ਜਿਹੜਾ ਉਹ ਪ੍ਰਮੋਟ ਕੀਤਾ ਜਾ ਰਿਹਾ। ਪਰ ਕਿਤਾਬਾਂ ਕਿੱਡਾ ਵੱਡਾ ਹਥਿਆਰ ਹੁੰਦੀਆਂ, ਉਹ ਇਹੋ ਜਿਹੀਆਂ ਵਰਕਸ਼ਾਪਾਂ 'ਚ ਆ ਕੇ ਪਤਾ ਲੱਗ ਸਕਦਾ। ਸੋ ਅੱਜ ਦਾ ਮੇਨ ਫੋਕਸ ਆ ਜਿਹੜਾ ਇਸ ਗੱਲ ਤੇ ਰਿਹਾ। ਜੇ ਭਗਤ ਸਿੰਘ ਦੀ ਤਸਵੀਰ ਨੂੰ ਵੀ ਪਿਆਰ ਨਾਲ
ਤੇ ਉਹ ਤਸਵੀਰ ਉਹ ਹੋਵੇ ਜਿਹੜੀ ਤਸਵੀਰ ਭਗਤ ਸਿੰਘ ਦੀ ਜਿਹਦੇ ਹੱਥ 'ਚ ਕਿਤਾਬ ਆ, ਜਿਹਦੇ ਹੱਥ 'ਚ ਮਾਂ ਨਾਵਲ ਆ ਮੈਕਸਿਮ ਗੋਰਕੀ ਦਾ, ਜਿਹੜਾ ਇਸ਼ਾਰਾ ਕਰਦਾ ਕਿ ਦੁਨੀਆ ਭਰ ਦੇ ਲੋਕਾਂ ਦੀ ਬੰਦ ਖੁਲਾਸੀ ਕਰਨ ਵਾਸਤੇ ਸਾਨੂੰ ਕਿੰਨਾ ਪੜ੍ਹਨ ਦੀ ਲੋੜ ਆ। ਕੇਵਲ ਬੰਬ ਜਾਂ ਪਿਸਤੌਲ ਜਿਹਦੀ ਵਕਾਲਤ ਭਗਤ ਸਿੰਘ ਆਪ ਖੁਦ ਵੀ ਨਹੀਂ ਕਰਦਾ, ਉਹਨਾਂ ਦੇ ਨਾਲ ਕਿਸੇ ਵੀ ਸਮਾਜ ਦਾ ਕੇਵਲ ਭਲਾ ਨਹੀਂ ਕੀਤਾ ਜਾ ਸਕਦਾ। ਸੋ ਕਿਤਾਬਾਂ ਦੇ ਰਾਹ ਮੁੜੇ ਜਵਾਨੀ, ਭਗਤ ਸਿੰਘ ਦੇ ਰਾਹ ਤੇ ਮੁੜੇ, ਗੁਰਬਾਣੀ ਦੇ ਰਾਹ ਤੇ ਮੁੜੇ, ਕਿਉਂਕਿ ਗੁਰਬਾਣੀ ਵੀ ਆਪਦੇ ਆਪ 'ਚ ਬਹੁਤ ਵੱਡਾ ਸਾਡੇ ਲੋਕਾਂ ਕੋਲੇ ਇੱਕ ਹਥਿਆਰ ਆ, ਜਿਸ ਨੂੰ ਅਸੀਂ ਜੇ ਨਾ ਪੜ੍ਹੀਏ ਤੇ ਉਹ ਸਾਡੇ ਲਈ ਸਿਰਫ ਇੱਕ ਧਾਰਮਿਕ ਗ੍ਰੰਥ ਹੋ ਸਕਦਾ, ਪਰ ਜੇ ਉਹਨੂੰ ਪੜ੍ਹ ਕੇ ਉਹ 'ਤੇ ਅਮਲ ਕੀਤਾ ਜਾਵੇ ਤੇ ਫਿਰ ਜਿਹੜਾ ਇਤਿਹਾਸ ਦੇ ਵਿੱਚ ਹੋਇਆ, ਚਾਹੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ, ਗੁਰੂ ਗੋਬਿੰਦ ਸਿੰਘ ਨੇ ਕੀਤਾ, ਫਿਰ ਤਖਤੇ ਪਲਟ ਕਰਨ ਦੀ ਤਾਕਤ ਵੀ ਉਸ ਗੁਰਬਾਣੀ 'ਚ ਹੈ। ਸੋ ਪੜ੍ਹਨ ਦੇ ਰਾਹ ਪਾਉਣ ਵਾਸਤੇ ਵਰਕਸ਼ਾਪ ਆ ਜਿਹੜਾ ਵੱਡਾ ਹਿੱਸਾ ਨਿਭਾਇਆ ਜੀ। ਅੱਜ ਦੇ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਜੇ ਤੁਸੀਂ ਭਗਤ ਸਿੰਘ ਦੀ ਗੱਲ ਕੀਤੀ ਆ, ਉਹਨਾਂ ਦੇ ਲਈ ਇੱਕ ਭਗਤ ਸਿੰਘ ਤਾਂ ਹੱਥ 'ਚ ਬੰਦੂਕ ਫੜ ਕੇ ਖੜਾ ਹੁੰਦਾ ਵੀ ਅੰਗਰੇਜ਼ ਖੰਗੇ ਸੀ ਤਾਈਓ ਟੰਗੇ ਸੀ, ਜਾਂ ਲਿਖਿਆ ਹੁੰਦਾ ਲੱਗਦਾ ਸੀ ਰੌਣਕ ਪਊ। ਦੂਸਰੇ ਪਾਸੇ ਭਗਤ ਸਿੰਘ ਕਿਤਾਬ ਲਈ ਵੀ ਖੜਾ ਵੀ ਤੁਸੀਂ ਕਿਤਾਬਾਂ ਪੜ੍ਹੋ। ਜਿਹੜਾ ਨੌਜਵਾਨ ਹੁਣ ਆਦਰਸ਼ੀ ਆਪਣਾ ਬੰਦੂਕਾਂ ਵਾਲੇ ਭਗਤ ਸਿੰਘ ਨੂੰ ਮੰਨੀ ਬੈਠੇ ਨੇ, ਉਸ ਨੂੰ ਕਿਸ ਤਰ੍ਹਾਂ ਸਮਝਾਇਆ ਜਾ ਸਕਦਾ ਉਹ ਨੌਜਵਾਨਾਂ ਨੂੰ ਵੀ ਸਾਡਾ ਆਦਰਸ਼ ਕਿਤਾਬਾਂ ਵਾਲਾ ਭਗਤ ਸਿੰਘ? ਭਗਤ ਸਿੰਘ ਨਾਲ ਸਾਂਝ ਆ ਜਿਹੜੀ ਪੰਜਾਬ ਦੇ ਨੌਜਵਾਨਾਂ ਦੀ, ਉਹ ਦੂਰੀ ਸਾਂਝ ਆ। ਜਿਹੜੀ ਪਹਿਲੀ ਸਾਂਝ ਉਹ ਇਹ ਆ ਵੀ ਅਸੀਂ ਭਾਵਨਾਤਮਕ ਤੌਰ ਤੇ ਭਗਤ ਸਿੰਘ ਨਾਲ ਜੁੜੇ ਹੋਏ ਆ। ਪੰਜਾਬ ਦਾ ਕੋਈ ਨੌਜਵਾਨ, ਪੰਜਾਬ ਦਾ ਹੀ ਨਹੀਂ ਬਲਕਿ ਦੇਸ਼ ਤੇ ਦੁਨੀਆ ਦੇ ਲੜਨ ਵਾਲੇ ਸਾਰੇ ਨੌਜਵਾਨ ਆ, ਉਹ ਭਗਤ ਸਿੰਘ ਨੂੰ ਪਿਆਰ ਕਰਦੇ ਆ, ਉਹਨਾਂ ਦੀ ਭਾਵਨਾਤਮਕ ਸਾਂਝ ਆ। ਉਹਦੇ 'ਚ ਫਿਰ ਉਹ ਕਈ ਵਾਰੀ ਇਹ ਨਹੀਂ ਦੇਖਦੇ ਵੀ ਉਹ ਵੀ ਮਤਲਬ ਸਾਨੂੰ ਪੱਗ ਵਾਲਾ ਭਗਤ ਸਿੰਘ ਚਾਹੀਦਾ, ਸਾਨੂੰ ਟੋਪ ਵਾਲਾ ਭਗਤ ਸਿੰਘ ਚਾਹੀਦਾ, ਜਾਂ ਮਤਲਬ ਗੱਡੀਆਂ ਤੇ ਫੋਟੋਆਂ ਵੀ ਲਵਾਉਂਦੇ ਆ, ਭਗਤ ਸਿੰਘ ਦੀਆਂ ਟੀ-ਸ਼ਰਟਾਂ ਵੀ ਪਾਉਂਦੇ, ਬਸੰਤੀ ਪੱਗਾਂ ਵੀ ਬੰਨ੍ਹਦੇ। ਇਹ ਭਾਵਨਾਤਮਕ ਸਾਂਝ 'ਚੋਂ ਨਿਕਲਿਆ, ਜਿਹਦੇ 'ਚੋਂ ਬੰਦੂਕ ਵਾਲੀ ਫੋਟੋ ਚੱਕ ਕੇ ਵੀ ਤੁਰੇ ਫਿਰਨਾ ਕਈ ਵਾਰੀ ਸਮਝਦੇ ਵੀ ਠੀਕ ਆ। ਦੂਜੀ ਜਿਹੜੀ ਮੇਨ ਸਾਂਝ ਆ ਭਗਤ ਸਿੰਘ ਨਾਲ, ਉਹ ਆ ਵਿਚਾਰਧਾਰਕ ਸਾਂਝ। ਜਦੋਂ ਤੱਕ ਅਸੀਂ ਭਗਤ ਸਿੰਘ ਨਾਲ ਵਿਚਾਰਧਾਰਕ ਸਾਂਝ ਨਹੀਂ ਪਾਉਂਦੇ ਵੀ ਉਹ ਕਹਿੰਦਾ ਕੀ ਆ, ਕਿ ਕੇਵਲ ਉਹਦੀ ਜ਼ਿੰਦਗੀ 'ਚ ਇੱਕੋ ਘਟਨਾ ਵੀ ਉਹਨੇ ਬੰਬ ਸਿੱਟਿਆ ਅਸੈਂਬਲੀ 'ਚ, ਤੇ ਉਹਦੇ ਨਾਲ ਕਿ ਉਹ ਬੰਬ ਨਾਲ ਕਿਸੇ ਨੂੰ ਮਾਰਨ ਵਾਲਾ ਕੰਮ ਨਹੀਂ ਕੀਤਾ, ਉਹ ਵੀ ਸਿਰਫ ਇੱਕ ਆਵਾਜ਼ ਸੁਣਾਉਣ ਵਾਸਤੇ ਧਮਾਕਾ ਕੀਤਾ। ਵਿਚਾਰਾਂ ਦੀ ਜਿਹੜੀ ਲੜਾਈ ਆ, ਜਿਹਦੇ ਬਾਰੇ ਭਗਤ ਸਿੰਘ ਕਹਿੰਦਾ ਵੀ ਇਨਕਲਾਬ ਦੀ ਤਲਵਾਰ ਹੈ ਜਿਹੜੀ, ਉਹ ਵਿਚਾਰਾਂ ਦੀ ਸਾਣ ਤੇ ਤਿੱਖੀ ਹੁੰਦੀ ਆ। ਸੋ ਵਿਚਾਰਾਂ ਦੀ ਸਾਣ ਤੇ ਤੋਰਨ ਵਾਸਤੇ ਪੰਜਾਬ ਦੀ ਜਵਾਨੀ, ਇਹ ਨਹੀਂ ਵੀ ਲੋਕ ਪੜ੍ਹਦੇ ਨਹੀਂ, ਪੰਜਾਬ 'ਚ ਵੀ ਭਗਤ ਸਿੰਘ ਤੇ ਸਟੱਡੀ ਸਰਕਲ, ਅਲੱਗ-ਅਲੱਗ ਯੂਨੀਵਰਸਿਟੀਆਂ, ਅੱਜ ਦੀ ਵਰਕਸ਼ਾਪ ਹੀ ਦੇਖੋ ਤੁਸੀਂ, ਹਜ਼ਾਰਾਂ ਨੌਜਵਾਨਾਂ ਨੇ ਭਗਤ ਸਿੰਘ ਦੀਆਂ ਕਿਤਾਬਾਂ ਖਰੀਦੀਆਂ, ਉਹਦੀ ਜੀਵਨੀ ਖਰੀਦੀ ਆ। ਸੋ ਉਸ ਰਾਹ ਤੇ ਤੁਰੇ ਬਿਨਾਂ ਗੁਜ਼ਾਰਾ ਕੋਈ नहीं, ਇਹਦੇ ਲਈ ਭਗਤ ਸਿੰਘ ਨਾਲ ਵਿਚਾਰਧਾਰਕ ਸਾਂਝ ਡਿਵੈਲਪ करनी जरूरी है। मैं पंजाब यूनिवर्सिटी में एक रिसर्च स्कॉलर हूँ। यहाँ पंजाबी यूनिवर्सिटी में मैं एज अ रिसोर्स पर्सन आई हूँ टू टॉक ऑन द टॉपिक ऑफ द आर्ट ऑफ क्वेश्चनिंग। मुझे यहाँ का एफर्ट और यहाँ का उत्साह बहुत अच्छा लगा, ये देखकर कि यूनिवर्सिटी किस तरह से अपने बच्चों के लिए, उन्हें बच्चों को उत्साह दे रही है, उनको एजुकेशन की तरफ पुश कर रही है, उन्हें मोटिवेट करना चाहती है। कि उन्होंने हम स्कॉलर्स को और बहुत सारे पैनलिस्ट को इनवाइट किया और अलग अलग विशेष टॉपिक्स पे बात करी। और मेरा टॉपिक जो था वो ये था कि किस तरह से एक थ्योरेटिकल सब्जेक्ट प्रैक्टिकली यूज़ किया जा सकता है, कैसे उसे स्किल में तब्दील किया जा सकता है, हुनर में तब्दील किया जा सकता है और अपनी ज़िंदगी में उसका इस्तेमाल किया जा सकता है। और इसी के बारे में मैंने डिटेल में टेक्निकली बात करी, किस तरह के सवाल होते हैं, किस तरह उनका इस्तेमाल किया जाता है, किस सवाल से क्या पर्पस सॉल्व किया जा सकता है, और एक सवाल से आप एक इंसान के बारे में, उस सवाल के बारे में कितनी चीज़ें जान सकते हैं। किसी भी सब्जेक्ट को जानने के लिए, चाहे वो साइंस हो, चाहे वो कॉमर्स हो, चाहे वो आर्ट्स हो, शुरुआत हम इंक्वायरी की, उसके बारे में जानने की सवाल से करते हैं। और इसी टॉपिक पे, इसी टेक्निकलिटी ऑफ अ क्वेश्चन पे आज ये वर्कशॉप मैंने एज अ रिसोर्स पर्सन दी और मेरा एक्सपीरियंस काफ़ी अच्छा रहा। स्टूडेंट्स बहुत कीन थे, बहुत इंटरेस्टेड थे, बहुत पेशेंटली और इंटरेस्ट के साथ उन्होंने सुना, पार्टिसिपेट किया, सवाल किए और काफ़ी अच्छा इंटरैक्शन रहा। थैंक यू। मैं पंजाब यूनिवर्सिटी की स्टूडेंट हूँ और एमए क्लास में पढ़ती हूँ। ये मेरे लिए भी एक अच्छा एक्सपीरियंस था यहाँ पे आके सीखना, क्योंकि अभी स्टार्टिंग थी तो हमें यही सिखाया जाता है। यहाँ पे आके मुझे एक अच्छी बात ये लगी कि बच्चे खुद अपनी सिचुएशन से लड़ना चाहते हैं और इंटरेक्टिव करते थे। कई उसमें ऐसी लड़कियाँ थी, मतलब यहाँ का इनको इतनी अच्छी फैसिलिटीज़ प्रोवाइड नहीं होती, जो सिटीज़ वगैरह में रहती है, जो
ट्रांसपोर्ट वगैरह होता है, फिर भी उनके अंदर जज्बा एक अपनी सिचुएशन से बाहर निकलने का और अपने आप को खोजने का, तो वो मुझे काफी अच्छा लगा। वो ऐसे निर्भर थी कि हम कुछ करेंगे, खुद से इंडिपेंडेंट होना चाहेंगे। बच्चों ने भी अपने सवाल कुछ उठाए थे, इंटरेस्टिंग सवाल भी उठाए थे, काफी अच्छा मुझे लगा वो देख के कि मतलब वो इंटरेस्टेड है इन चीज में कि और अपनी सिचुएशन से हम कैसे आगे बढ़े, कैसे ग्रो करना चाहते हैं, वो देख के मुझे अच्छा लगा। जो मेरा टॉपिक था वो सेल्फ नॉलेज के ऊपर था। तो जो सेल्फ नॉलेज बेसिकली ये है कि हम कैसे अपने आप को अपनी सिचुएशन से बाहर निकल सकते हैं और हम कैसे खुद को देखते हैं और अपनी लाइफ में कैसे आगे प्रॉस्पर करते हैं। तो उसके लिए जो मैंने की पॉइंट्स थे बेसिकली इसी पे बात करना था कि अपने आप को किसी भी सिचुएशन से बाहर निकालना है तो फिर खुद से फाइट करनी पड़ेगी और खुद के अंदर झांकना पड़ेगा और लोगों को ये दिखा, लोगों के प्रेशर में नहीं आना। सोसाइटी आपको क्या बोलती है, आपको इसके प्रेशर में नहीं आना कि आपके पेरेंट्स, आपके नेबरहुड, आपकी सोसाइटी, उनके प्रेशर से बाहर निकल के हम खुद को कैसे एक्सप्रेस कर सकते हैं। तो बेसिकली मैंने उसके बारे में बात करी थी और अच्छा एक्सपीरियंस था मेरे लिए भी। आई होप यहाँ पे भी जो लोग आएंगे उनको भी अच्छा लगा हो। तो थैंक यू। यहाँ पे गुरु काशी कैंपस में आज हम इस विषय पे बात कर रहे थे कि जो हायर एजुकेशन है उसका पर्पस क्या है और एजुकेशन का इन जनरल क्या पर्पस है। और मेरे हिसाब से वो एजुकेशन का यही पर्पस है कि आदमी के जो पोटेंशियल है वो अनटैप हो जाए किसी तरीके से, और जो आदमी है वो अपनी फुल कैपेसिटी में काम कर सके, आदमी को इतना इक्विप बनाया जा सके कि वो खुद के लेवल पे क्रिटिकली एनालाइज कर सके चीज़ों को। तो मैं थैंक यू इसी पर। हाँ, मेरा नाम हर्ष शर्मा है और मैं पंजाब यूनिवर्सिटी चंडीगढ़ से आया हूँ। आज गुरु काशी कैंपस लुधियाना में यहाँ पे एक इवेंट था जिसमें हमें बोलने का मौका मिला और यहाँ पे मैंने अपने विचार रखे इस टॉपिक पे कि जो पब्लिक यूनिवर्सिटी है और एजुकेशन है उसकी इम्पोर्टेंस क्या है। तो ये सब विषय पे बोलने का मौका मिला और इसके लिए धन्यवाद। I'm Dr. Sunita from Punjabi University Guru Kashi Department of Languages। आज यहाँ हमारे डिपार्टमेंट की तरफ से विद्यार्थी मेले का आयोजन किया गया था जिसमें करीबन 500 के करीब विद्यार्थियों ने हिस्सा लिया था जो कि आसपास के विभिन्न कॉलेजेस से आए हुए थे। और इस प्रतियोगिता में फर्स्ट सेकंड थर्ड पोजीशन निकाली गई है जिसके लिए बच्चों को कैश प्राइजेस दिए गए हैं। बच्चों ने बहुत ही उत्साह से इस प्रतियोगिता में हिस्सा लिया था और बहुत अच्छा रिस्पांस हमें विद्यार्थियों की तरफ से मिला है। इसके अलावा आज ही के दिन एक क्रिएटिव राइटिंग वर्कशॉप भी ऑर्गेनाइज की गई थी जिसमें पंजाब यूनिवर्सिटी के फिलॉसफी डिपार्टमेंट से आई हुई टीम ने बच्चों को क्रिएटिव राइटिंग के डिफरेंट एस्पेक्ट्स के बारे में जानकारी दी और बच्चों ने भी बहुत दिलचस्पी से इसकी सारी एक्टिविटीज़ में हिस्सा लिया है। और बच्चों ने बताया बाद में कि मतलब ये बहुत अच्छी उन्हें क्रिएटिव राइटिंग वर्कशॉप लगी और काफ़ी कुछ उन्हें सीखने को भी मिला है। एक चीज़ और मैं बताना चाहूँगी कि हमारा डिपार्टमेंट इस तरह के प्रोग्राम बहुत ही रूटीन में ऑर्गेनाइज करता रहता है। तकरीबन हर महीने हम या तो किसी लिटरेरी पर्सनालिटी का जन्म दिवस या जो भी रिलेटेड कुछ डेज आते हैं उनको सेलिब्रेट करते हैं और इस दिन किसी ना किसी प्रसिद्ध मतलब सब्जेक्ट एक्सपर्ट डिफरेंट यूनिवर्सिटीज से सब्जेक्ट एक्सपर्ट्स को बुलाया जाता है जो बच्चों के साथ अपने नॉलेज को शेयर करते हैं। और ये सारी चीज़ें बच्चों के बौद्धिक विकास के लिए बहुत ही इम्पोर्टेंट रहती हैं और इसमें काफ़ी योगदान मिलता है और हमेशा ही हमें इस बारे में बच्चों से काफ़ी अच्छा रिस्पांस मिलता है। हमारे हेड ऑफ द डिपार्टमेंट डॉक्टर सुशील और डिपार्टमेंट की बाकी टीम भी, बाकी फैकल्टी मेंबर्स भी इन सारे प्रोग्राम को लेकर काफ़ी उत्साहित रहते हैं और सारे बहुत ही अच्छे मतलब एज ए टीम एक काम करके बहुत ही सफलतापूर्वक इन प्रोग्राम्स का आयोजन किया जाता है। तो मैं सारे विद्यार्थियों का जिन्होंने इसमें हिस्सा लिया था और हमारी ऑर्गेनाइजिंग टीम का सबका तहे दिल से धन्यवाद करती हूँ। ये प्रोग्राम बहुत ही अच्छा रहा। थैंक यू। कमलजीत सिंह है, मैं पंजाब यूनिवर्सिटी ਦੇ ਵਿੱਚ ਰਿਸਰਚ ਸਕਾਲਰ ਵੀ ਹਾਂ ਤੇ ਸੋਸ਼ਲ ਐਕਟਿਵਿਸਟ ਵੀ ਹਾਂ। ਸੋ ਅੱਜ ਅਸੀਂ ਇੱਥੇ ਤਲਵੰਡੀ ਸਾਬੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ਦੇ ਵਿੱਚ ਆਏ ਹੋਏ ਹਾਂ। ਅੱਜ ਇੱਥੇ ਬਹੁਤ ਹੀ ਇੱਕ ਲਾਜਵਾਬ ਪ੍ਰੋਗਰਾਮ ਜਿਹੜਾ ਹੈਗਾ ਇਸ ਕੈਂਪਸ ਦੇ ਜਿਹੜੇ ਐਡਮਿਨ ਹੈ ਉਹਨਾਂ ਨੇ ਆਰਗੇਨਾਈਜ਼ ਕੀਤਾ ਸੀਗਾ ਜਿਹਦੇ ਵਿੱਚ ਆਲੇ ਦੁਆਲੇ ਦੇ ਕਾਲਜਸ ਦੇ 7 ਦੇ ਕਰੀਬ ਕਾਲਜਸ ਤੋਂ ਵੱਡੀ ਗਿਣਤੀ ਦੇ ਵਿਦਿਆਰਥੀ 500 ਦੇ ਕਰੀਬ ਵਿਦਿਆਰਥੀ ਜਿਹੜੇ ਨੇ ਉਹ ਸ਼ਾਮਲ ਹੋਏ ਸੀ। ਤੇ ਇਹ ਆਪਣੇ ਆਪ ਦੇ ਵਿੱਚ ਕਿਸਮ ਦਾ ਮੈਨੂੰ ਤਾਂ ਬੜਾ ਨਿਵੇਕਲਾ ਇੱਕ ਪ੍ਰੋਗਰਾਮ ਲੱਗਿਆ ਕਿਉਂਕਿ ਆਮ ਤੌਰ ਤੇ ਅਸੀਂ ਜਿੰਨਾ ਜਾਣਦੇ ਹਾਂ ਕਿ ਸਿਰਫ ਪ੍ਰਾਈਵੇਟ ਯੂਨੀਵਰਸਿਟੀਆਂ ਪ੍ਰਾਈਵੇਟ ਅਦਾਰੇ ਜਿਹੜੇ ਨੇ ਉਹੋ ਹੀ ਆਪਣੇ ਬੱਚਿਆਂ ਨੂੰ ਖਿੱਚਣ ਵਾਸਤੇ ਐਡਮਿਸ਼ਨਸ ਵਗੈਰਾ ਦੇ ਵਿੱਚ ਮੋਟੀਵੇਟ ਕਰਨ ਵਾਸਤੇ ਉਹ ਕਈ ਕਿਸਮ ਦੇ ਪ੍ਰੋਗਰਾਮ ਕਰਵਾਉਂਦੇ ਨੇ ਉਸ ਤੋਂ। ਲੇਕਿਨ ਆਮ ਤੌਰ ਤੇ ਪਬਲਿਕ ਯੂਨੀਵਰਸਿਟੀ ਜਿਹੜੀ ਹੈ ਉਹ ਸਰਕਾਰੀ ਯੂਨੀਵਰਸਿਟੀਜ਼ ਇਸ ਤਰ੍ਹਾਂ ਦੇ ਕੰਮ ਨਹੀਂ ਕਰਦੀਆਂ ਜਿਹਦੇ ਕਰਕੇ ਅਸੀਂ ਇਹ ਵੀ ਸਮਝਦੇ ਹਾਂ ਕਿ ਕਰਨਾ ਚਾਹੀਦਾ ਉਹਨਾਂ ਨੂੰ। ਤਾਂ ਉਹੀ ਜਿਹੀ ਇੱਕ ਪਹਿਲ ਜਿਹੜੀ ਹੈਗੀ ਆ ਉਹ ਇਸ ਅਦਾਰੇ ਨੇ ਅੱਜ ਇੱਥੇ ਕੀਤੀ ਹੈ ਜੋ ਕਿ ਸਾਨੂੰ ਦੇਖ ਕੇ ਬੜਾ ਚੰਗਾ ਲੱਗਿਆ। ਜਿਹੜੇ ਵਿਦਿਆਰਥੀ ਆਏ ਉਹਨਾਂ ਨੂੰ ਕਈ ਕਿਸਮ ਦੀ ਗੱਲਬਾਤ ਜਿਹੜੀ ਹੈ ਜਿਵੇਂ ਸਾਡੇ ਫਿਲਾਸਫੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ
ਬਹੁਤ ਸਾਰੇ ਸਾਡੇ ਜਿਹੜੇ ਰਿਸਰਚ ਸਕਾਲਰ ਨੇ ਉਹ ਆਏ ਸੀਗੇ ਤੇ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਗੱਲਾਂ ਬਾਤਾਂ ਜਿਹੜੀਆਂ ਨੇ ਵਿਦਿਆਰਥੀਆਂ ਦੇ ਨਾਲ ਕੀਤੀਆਂ ਨੇ। ਤੇ ਅਸੀਂ ਵਿਦਿਆਰਥੀਆਂ ਨਾਲ ਜਦੋਂ ਇੰਟਰੈਕਟ ਕਰ ਰਹੇ ਸੀਗੇ ਤਾਂ ਉਹਨਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਸਾਨੂੰ ਚਿਣਗ ਜਿਹੜੀ ਹੈ ਉਹ ਨਜ਼ਰ ਆ ਰਹੀ ਸੀ ਕਿ ਵਿਦਿਆਰਥੀ ਜਿਹੜੇ ਨੇ ਉਹ ਸੋਚ ਰਹੇ ਨੇ, ਉਹ ਪਬਲਿਕ ਯੂਨੀਵਰਸਿਟੀ ਦੀ ਇੰਪੋਰਟੈਂਸ ਸਮਝੇ ਨੇ। ਅੱਜ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਇਹਨਾਂ ਕੈਂਪਸਸ ਦੇ ਵਿੱਚ ਉਹਨਾਂ ਵਾਸਤੇ ਕੀ ਪਿਆ, ਉਹਨਾਂ ਦੇ ਭਵਿੱਖ ਵਾਸਤੇ ਕੀ ਪਿਆ। ਸ਼ਾਇਦ ਇੱਕ ਚੰਗੇ ਹੁਲਾਸ ਦੇ ਨਾਲ ਉਹ ਇੱਥੋਂ ਗਏ ਨੇ। ਬਹੁਤ ਸਾਰੇ ਵਿਦਿਆਰਥੀਆਂ ਨੂੰ ਇਨਾਮ ਵੀ ਇਹਨਾਂ ਨੇ ਦਿੱਤੇ ਨੇ ਤੇ ਉਹ ਹੋਰ ਜ਼ਿਆਦਾ ਖੁਸ਼ ਹੋ ਕੇ ਇੱਥੋਂ ਗਏ ਨੇ। ਲੇਕਿਨ ਮੈਂ ਹੀ ਸਮਝਦਾ ਕਿ ਇਸ ਕਿਸਮ ਦੇ ਜਿਹੜੇ ਉਦਮ ਨੇ ਇਹ ਲਗਾਤਾਰ ਜਾਰੀ ਰਹਿਣੇ ਚਾਹੀਦੇ ਨੇ, ਤਾਂ ਹੀ ਸਾਡੇ ਜਿਹੜੇ ਪਬਲਿਕ ਅਦਾਰੇ ਨੇ ਉਹਨਾਂ ਨੂੰ ਬਚਾਇਆ ਜਾ ਸਕੇਗਾ ਤੇ ਸਾਡੀ ਜਿਹੜੀ ਪਬਲਿਕ ਦੀ ਚੀਜ਼ ਪਬਲਿਕ ਵਾਸਤੇ ਇਹ ਇਸ ਜਿਹੜੀ ਸਿਧਾਂਤ ਦੇ ਨਾਲ ਇਹ ਅੱਗੇ ਵੱਧ ਸਕੇਗਾ। ਮੈਂ ਅਮਨਦੀਪ ਸਿੰਘ, ਗੁਰੂ ਕਾਸ਼ੀ ਸੋਸ਼ਲ ਸਾਇੰਸਿਸ ਵਿਭਾਗ ਤਲਵੰਡੀ ਸਾਬੋ, ਜਿਹੜਾ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਵਿੱਚ ਇੱਕ ਵਿਭਾਗ ਹੈ। ਅੱਜ ਅਸੀਂ ਵਿਦਿਆਰਥੀ ਮੇਲਾ ਕਰਵਾਇਆ ਸੀ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਬੌਧਿਕ ਵਿਦਿਆਰਥੀ ਮੇਲਾ ਸੀ, ਜਿਹਦੇ ਵਿੱਚ ਇੱਕ ਟੈਸਟ ਕੰਡਕਟ ਕੀਤਾ ਗਿਆ। ਸਾਹਿਤ, ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਦੇ ਜਿਹੜੇ ਪ੍ਰਸ਼ਨ ਨੇ ਉਹ ਵਿਦਿਆਰਥੀਆਂ ਤੋਂ ਪੁੱਛੇ ਗਏ ਤੇ ਖਾਸ ਤੌਰ ਉੱਤੇ ਸਾਡੀ ਕੋਸ਼ਿਸ਼ ਇਹ ਸੀ ਕਿ ਵਿਦਿਆਰਥੀਆਂ ਨੂੰ ਜਿਹੜੇ ਕੁਐਸਚਨ ਇਸ ਕਿਸਮ ਦੇ ਸੈੱਟ ਕੀਤੇ ਜਾਣ ਜਿਨ੍ਹਾਂ ਨੇ ਉਹਨਾਂ ਦੇ ਮਨ ਦੇ ਵਿੱਚ ਹੋਰ ਪ੍ਰਸ਼ਨ ਜਿਹੜੇ ਨੇ ਪੈਦਾ ਹੋਣ, ਸੰਵਿਧਾਨ ਦੇ ਬਾਰੇ ਖਾਸ ਤੌਰ ਉੱਤੇ ਜਾਣਨ ਦੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਪੈਦਾ ਹੋਵੇ। ਤੇ ਇਸ ਤੋਂ ਬਾਅਦ ਇੱਕ ਵਰਕਸ਼ਾਪ ਵਿਦਿਆਰਥੀਆਂ ਦੀ ਕੀਤੀ ਗਈ, ਜਿਹਦੇ ਵਿੱਚ ਵਿਦਿਆਰਥੀਆਂ ਨੂੰ ਕ੍ਰੀਏਟਿਵ ਰਾਈਟਿੰਗ ਦੀ ਇੱਕ ਟ੍ਰੇਨਿੰਗ ਦੇਣ ਦਾ ਉਪਰਾਲਾ ਕੀਤਾ ਗਿਆ। ਤਾਂ ਵਿਦਿਆਰਥੀ ਜਿਹੜੇ ਕਿ ਕਈ ਆਸ-ਪਾਸ ਦੇ ਕਾਲਜਾਂ ਤੋਂ ਆਏ ਸੀ, ਉਹਨਾਂ ਨੇ ਇਸ ਸਾਰੀ ਵਰਕਸ਼ਾਪ ਨੂੰ ਬਹੁਤ ਇੰਜੋਏ ਕੀਤਾ। ਬਹੁਤ ਸਾਰੇ ਜਿਹੜੇ ਵਿਦਿਆਰਥੀ ਨੇ ਇੱਥੋਂ ਉਹ ਇਨਾਮ ਲੈ ਗਏ ਨੇ, ਪੁਸਤਕਾਂ ਲੈ ਕੇ ਗਏ ਨੇ ਤੇ ਨਾਲ ਹੀ 2-3 ਪਬਲਿਸ਼ਰਜ਼ ਨੇ ਇੱਥੇ ਪੁਸਤਕ ਆਪਣੀ ਪ੍ਰਦਰਸ਼ਨੀ ਕੀਤੀ ਸੀ, ਜਿਹਦੇ ਵਿੱਚੋਂ ਵਿਦਿਆਰਥੀ ਜਿਹੜੇ ਉਹ ਕਈ ਆਪਣੀ ਦਿਲਚਸਪੀ ਦੇ ਮੁਤਾਬਕ ਕਿਤਾਬਾਂ ਲੈ ਗਏ। ਤਾਂ ਵਿਦਿਆਰਥੀਆਂ ਦੇ ਵਿੱਚ ਇਸ ਕਿਸਮ ਦੀ ਇੱਕ ਬੌਧਿਕ, ਇਸ ਕਿਸਮ ਦੀ ਇੱਕ ਸਾਹਿਤਕ ਰੁਚੀ ਪੈਦਾ ਕਰਨ ਵਾਸਤੇ ਇਸ ਕਿਸਮ ਦੇ ਪ੍ਰੋਗਰਾਮ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਆ। ਤਾਂ ਅਸੀਂ ਇਸ ਕੈਂਪਸ ਦੇ ਵਿੱਚ ਇਸ ਕਿਸਮ ਦੇ ਉਪਰਾਲੇ ਕਰਦੇ ਰਵਾਂਗੇ। ਇਹ ਸਾਡਾ ਜਿਹੜਾ ਹੈਗਾ ਤਹੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ, ਇੱਥੇ ਜਿਹੜਾ ਵਿਦਿਆਰਥੀ ਮੇਲਾ ਸੀਗਾ, ਬੜਾ ਹੀ ਉਤਸ਼ਾਹ ਦੇ ਨਾਲ ਬੱਚੇ ਪਹੁੰਚੇ ਆ। ਦੂਰੋਂ ਦੂਰੋਂ ਬੱਚੇ ਪਹੁੰਚੇ ਆ, ਕਿਤੇ ਮੋਗੇ ਤੋਂ ਪਰਾਂ ਤੱਕ ਦੇ ਬੱਚੇ ਜਿਹੜੇ ਵਿਦਿਆਰਥੀ ਇੱਥੇ ਹਿੱਸਾ ਲੈਣ ਆਏ। ਅੱਜ ਵਿਦਿਆਰਥੀ ਜਿਹੜਾ ਮੇਲਾ ਸੀਗਾ, ਇੱਥੋਂ ਦੇ ਜਿਹੜੇ ਹੈੱਡ ਹੈਗੇ ਕੁਮਾਰ ਸੁਸ਼ੀਲ ਜੀ ਤੇ ਸਾਰੇ ਹੀ ਇੰਚਾਰਜ ਅਮਨਦੀਪ ਸੇਖੋਂ ਸਰ, ਜਿਹੜੇ ਸਾਰੇ ਸਾਡੇ ਬੜੇ ਪਿਆਰੇ ਮਿੱਤਰ ਨੇ, ਤੇ ਗੁਰਪ੍ਰੀਤ ਜੀ, ਹੋਰ ਵੀ ਬਾਕੀ ਬਲਦੇਵ ਸ਼ੇਰਗਿੱਲ ਜੀ, ਉਹਨਾਂ ਦੇ ਬੜੇ ਉਤਸ਼ਾਹ ਨਾਲ ਹਰ ਵਾਰੀ ਉਹ ਥੋੜੇ ਦਿਨਾਂ ਬਾਅਦ ਹੀ ਇਦਾਂ ਦਾ ਉਦਮ ਕੋਈ ਨਾ ਕੋਈ ਕਰਦੇ ਰਹਿੰਦੇ ਆ। ਅਸੀਂ ਹਰ ਵਾਰ ਇੱਥੇ ਆਪਣੀ ਬੁੱਕ ਪ੍ਰਦਰਸ਼ਨੀ ਹੈ ਜਿਹੜੀ ਕੈਫੇ ਵਰਲਡ ਪਬਲੀਕੇਸ਼ਨ ਵੱਲੋਂ ਲੈ ਕੇ ਆਉਂਦੇ ਆ। ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੀਰ ਇੱਥੇ ਦੀਪ ਵਰਗੇ ਵੀ ਮਿਲਦੇ ਆ ਸਾਨੂੰ ਇੱਥੇ, ਤੇ ਉਹ ਆਪਣਾ ਇੰਨੇ ਉਤਸ਼ਾਹ ਨਾਲ ਲੰਗਰ ਦਾ ਪ੍ਰਬੰਧ ਕਰਦੇ ਆ ਤੇ ਹੋਰ ਬਾਕੀ ਸਾਰੇ ਪ੍ਰਬੰਧ ਦੇਖਦੇ ਆ। ਬੱਚਿਆਂ ਦੀਆਂ ਬੜੇ ਉਹਨਾਂ ਨੂੰ ਸੇਵਾ ਦਾ ਮੌਕਾ ਦਿੰਦੇ ਆਪਣਾ, ਤੇ ਬਹੁਤ ਸੋਹਣਾ ਲੱਗਦਾ ਸਾਨੂੰ ਇੱਥੇ ਆ ਕੇ। ਤੇ ਸਾਰੀ ਟੀਮ ਜਿਹੜੀ ਹੈਗੀ ਆ ਵਧਾਈ ਦੀ ਪਾਤਰ ਆ। ਪ੍ਰਦਰਸ਼ਨ ਤੁਸੀਂ ਲਾਉਂਦੇ ਹੋ ਆਪਣਾ ਪ੍ਰਦਰਸ਼ਨ ਵਿਦਿਆਰਥੀ ਵਰਗ ਦਾ ਕਿਸ ਤਰ੍ਹਾਂ ਲੱਗਦਾ ਜੀ, ਰੁਝਾਨ ਹੈਗਾ ਸਾਹਿਤ? ਦੇਖੋ, ਮੈਨੂੰ ਇੱਥੇ ਥੋੜੇ ਦਿਨਾਂ ਬਾਅਦ ਹੀ ਮੌਕਾ ਮਿਲਦਾ ਆਉਣ ਦਾ, ਹਨਾ। ਪੁਸਤਕ ਪ੍ਰਦਰਸ਼ਨੀ ਦਾ ਇੰਨਾ ਕੁ ਮੈਨੂੰ ਵਧੀਆ ਚਾਅ ਹੁੰਦਾ ਵੀ ਉੱਥੇ ਜਾਣਾ ਹੀ ਜਾਣਾ ਯਾਰ ਹਰ ਵਾਰੀ, ਹਨਾ। ਆਪਣੇ ਪਬਲਿਕ ਨਵੇਂ ਬੱਚਿਆਂ ਨੂੰ ਮਿਲੀਦਾ ਤੇ ਉਹ ਬੱਚੇ ਖਰੀਦਦੇ ਵੀ ਆ ਕਿਤਾਬਾਂ। ਇੱਦਾਂ ਦੀ ਗੱਲ ਨਹੀਂ ਹੈ ਵੀ ਬਿਲਕੁਲ ਬੱਚਿਆਂ ਦੀ ਜੇਬ 'ਚ ਪੈਸੇ ਨਹੀਂ ਹੈਗੇ ਜਾਂ ਇੱਦਾਂ ਉੱਦਾਂ ਜਿਵੇਂ ਗੱਲਾਂ ਸੁਣਦੇ ਹੁੰਦੇ ਆ। ਤੇ ਹਰ ਵਾਰੀ ਅਸੀਂ ਜਦੋਂ ਆਉਂਦੇ ਆ, ਵਧੀਆ ਚੰਗੀ ਸੇਲ ਹੁੰਦੀ ਆ, ਵਧੀਆ ਬੱਚੇ ਪੜ੍ਹਦੇ ਆ, ਉਤਸ਼ਾਹ ਹੁੰਦਾ ਉਹਨਾਂ ਦੇ ਵਿੱਚ। ਤੇ ਸਾਨੂੰ ਜਦੋਂ ਸੱਦਾ ਮਿਲਦਾ ਤਾਂ ਮੈਂ ਤਾਂ ਭੱਜਿਆ ਆਈਦਾ ਤੇ ਬੜੇ ਚਾਅ ਨਾਲ ਇੱਥੇ ਪੁਸਤਕ ਪ੍ਰਦਰਸ਼ਨੀ ਲਾਈ ਦੀ ਹੈ। ਐਤਕੀ ਤਾਂ ਸਾਡੇ ਸਾਥੀ 2 ਹੋਰ ਵੀ ਆਏ ਆ ਨਾਲ, ਇੱਕ ਨਵੇਂ ਵਾਈਟ ਕਰੋ ਪਬਲੀਕੇਸ਼ਨ ਵਾਲੇ ਹੈਗੇ ਆ, ਸੰਧੂ ਬ੍ਰਦਰ ਹੈਗੇ ਆ, ਉਹ ਵੀ ਆ ਜਾਂਦੇ ਆ ਹਰ ਵਾਰੀ। ਤੇ ਸਾਨੂੰ ਤਾਂ ਇੰਨੀ ਖੁਸ਼ੀ ਹੈ ਇਹ ਉਪਰਾਲਿਆਂ ਦੀ ਵੀ ਇਹ ਹਰ ਮਹੀਨੇ ਬਾਅਦ 2 ਮਹੀਨਿਆਂ ਬਾਅਦ ਜਿਹੜੇ ਹੁੰਦੇ ਰਹਿੰਦੇ ਆ, ਜਾਂ ਜਿਵੇਂ ਤੁਸੀਂ ਰੂਬਰੂ ਕਰਦੇ ਹੈਗੇ ਹੋ ਜਾਂ ਬੱਚਿਆਂ ਲਈ ਇੰਨਾ ਕੁਝ ਕਰਦੇ ਹੈਗੇ ਹੋ, ਤਾਂ ਇਹ ਜਿਹੜਾ ਮਿਹਨਤ ਦਾ ਫਲ ਆ ਇਹ ਕਿਤੇ ਨਾ ਕਿਤੇ ਸਾਰੀ ਟੀਮ ਨੂੰ ਮਿਲਣਾ ਚਾਹੀਦਾ। ਸਾਰੀ ਟੀਮ ਵਧਾਈ ਦੀ ਪਾਤਰ ਹੈ। ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਪਰ ਕੀ ਪ੍ਰੋਗਰਾਮ ਹੈ ਇੱਥੇ ਆਪਣੇ ਗੁਰੂ ਕਾਸ਼ੀ ਕਾਲਜ ਦਾ ਮੇਲਾ ਲੱਗਿਆ ਜੀ। ਇਹਨਾਂ ਨੇ ਜਿਹੜੇ ਬਾਹਰੋਂ ਸਟੂਡੈਂਟ ਆਏ ਉਹਨਾਂ ਖਾਤਰ ਇਹ ਲੰਗਰ ਦਾ ਪ੍ਰਬੰਧ ਕਰਕੇ ਦਿੱਤਾ ਗੁਰੂ ਕਾਸ਼ੀ ਕਾਲਜ ਵੱਲੋਂ ਸਟੂਡੈਂਟਾਂ ਨੇ। ਹਰ ਵਾਰੀ ਤੁਸੀਂ? ਹਾਂਜੀ, ਹਰ ਵਾਰੀ ਏਦਾਂ ਹੀ ਕਰਦੇ। ਇੱਥੇ ਜੀ ਵਿਦਿਆਰਥੀ ਮੇਲਾ ਸੀਗਾ ਜੀ, ਤੇ ਇੱਥੇ ਸਮੂਹ ਸਟਾਫ ਵੱਲੋਂ ਛਬੀਲ ਲਾਈ ਗਈ ਕਿਉਂਕਿ ਗਰਮੀ ਜ਼ਿਆਦਾ ਸੀ ਜੀ,
ਇਸ ਕਰਕੇ ਬੱਚਿਆਂ ਨੂੰ ਛਬੀਲ ਲਾਈ ਗਈ ਹੈ। ਤੁਹਾਨੂੰ ਜੀ ਪਾਣੀ ਦੀ ਕਦਰ ਕਰਨੀ ਚਾਹੀਦੀ ਹੈ ਜੀ, ਵੱਧ ਡੋਲਣਾ ਨਹੀਂ ਚਾਹੀਦਾ ਜੀ ਤੇ ਵੇਸਟ ਨਹੀਂ ਕਰਨਾ ਚਾਹੀਦਾ, ਕਿਉਂਕਿ ਪਾਣੀ ਜੋ ਘਟ ਜੂ ਫਿਰ ਆਪਣੇ ਨੂੰ ਪਤਾ ਆਉਣ ਵਾਲੀ ਪੀੜ੍ਹੀ ਦਾ ਬਹੁਤ ਬੁਰਾ ਹਾਲ ਹੈ ਜੀ। ਨਵਦੀਪ ਕੌਰ, ਕਾਲਜ ਕਿਹੜਾ? ਗਵਰਨਮੈਂਟ ਰਜਿੰਦਰਾ ਕਾਲਜ ਜੋ ਬਠਿੰਡਾ। ਅੱਜ ਪ੍ਰਤੀਯੋਗਤਾ ਹੋਈ ਹੈ, ਇਸ ਦੇ ਵਿੱਚ ਜੋ ਵਿਸ਼ਾ ਸੀ ਕੀ ਸੀ ਇਸ ਪ੍ਰਤੀਯੋਗਤਾ? ਇਸ ਵਿੱਚ 5 ਸਬਜੈਕਟ ਸੀਗੇ ਜਿਨ੍ਹਾਂ ਤੇ ਵਿਸ਼ੇ ਸੀਗੇ ਜਿਨ੍ਹਾਂ ਤੇ ਸਾਡੇ ਮਤਲਬ ਕੰਪੀਟੀਸ਼ਨ ਕਰਵਾਇਆ ਗਿਆ। ਅਮ੍ਰਿਤਾ ਪ੍ਰੀਤਮ, ਕਨਸਟੀਟਿਊਸ਼ਨ ਆਫ ਇੰਡੀਆ, ਵਿਲੀਅਮ ਸ਼ੇਕਸਪੀਅਰ ਤੇ ਖੁਸ਼ਵੰਤ ਸਿੰਘ। ਤੇ ਬਹੁਤ ਵਧੀਆ ਲੱਗਿਆ ਇੱਥੇ ਕੰਪੀਟੀਸ਼ਨ, ਮਤਲਬ ਬਹੁਤ ਸਟੂਡੈਂਟਸ ਆਏ ਹੋਏ ਸੀਗੇ ਤੇ ਕੰਪੀਟੀਸ਼ਨ ਬਹੁਤ ਟਫ ਸੀ ਤੇ ਵਧੀਆ ਲੱਗਿਆ ਕਿ ਵਰਕਸ਼ਾਪ ਵੀ ਅਸੀਂ ਅਟੈਂਡ ਕੀਤੀ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਵੀ ਮਿਲਿਆ। ਮੇਰਾ ਨਾਮ ਗੁਰਮੀਤ ਸਿੰਘ ਹੈ। ਮੈਂ ਗੁਰੂ ਕਾਸ਼ੀ ਕਾਲਜ ਤਲਵੰਡੀ ਸਾਬੋ ਦਾ ਵਿਦਿਆਰਥੀ ਹਾਂ। ਸਾਡੇ ਕਾਲਜ ਵਿੱਚ ਹਰੇਕ ਮਹੀਨੇ ਆਏ ਸਾਲ ਕੋਈ ਨਾ ਕੋਈ ਪ੍ਰਤੀਯੋਗਤਾ ਕਰਵਾਈ ਜਾਂਦੀ ਹੈ, ਜਿਵੇਂ ਕਿ 13 ਅਪ੍ਰੈਲ ਨੂੰ ਹੋਈ, 13 ਮਈ ਨੂੰ ਹੋਈ, ਹੁਣ ਅੱਜ 13 ਜੂਨ ਨੂੰ ਹੋ ਰਹੀ ਹੈ, ਜਿਸ ਵਿੱਚ 5 ਮਹਾਨ ਸ਼ਖਸੀਅਤਾਂ ਦਾ ਇੱਕ ਤਰ੍ਹਾਂ ਦਾ ਪੇਪਰ ਰੱਖਿਆ ਗਿਆ ਸੀ ਤੇ ਜਿਸ ਵਿੱਚ ਬਹੁਤ ਜ਼ਿਆਦਾ ਬੱਚਿਆਂ ਨੇ ਭਾਗ ਲਿਆ। ਜਿਵੇਂ ਆਸੇ-ਪਾਸੇ ਦੇ ਕਾਲਜਾਂ ਝਨੀਰ ਮਾਨਸਾ ਹੋਰ ਕਈ ਕਾਲਜਾਂ ਨੇ ਭਾਗ ਲਿਆ। ਇਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਇਸ ਨਾਲ ਸਾਡੀ ਨੌਲੇਜ ਵਿੱਚ ਵਾਧਾ ਹੁੰਦਾ ਹੈ। ਇਹੋ ਜਿਹੇ ਪ੍ਰੋਗਰਾਮ ਹਰੇਕ ਵਾਰ ਕਰਵਾਏ ਜਾਣ ਤੇ ਇਸ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਧੰਨਵਾਦ। ਅਸੀਂ ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਵਿਦਿਆਰਥੀ ਹਾਂ। ਮੇਰਾ ਨਾਮ ਕਾਰਦੀਪ ਸਿੰਘ, ਕਲਾਸ BA ਸੈਕੰਡ ਈਅਰ। ਅੱਜ ਕੀ ਪ੍ਰਤੀਯੋਗਤਾ ਹੈ? ਅੱਜ ਜਿਵੇਂ ਆਪਾਂ ਨੂੰ ਆਪਣੇ ਸੰਵਿਧਾਨ ਬਾਰੇ ਤੇ ਸ਼ਹੀਦ ਭਗਤ ਸਿੰਘ ਤੇ ਖੁਸ਼ਵੰਤ ਸਿੰਘ ਤੇ ਅਮ੍ਰਿਤਾ ਪ੍ਰੀਤਮ ਬਾਰੇ ਬਹੁਤ ਆਪਾਂ ਨੂੰ ਜੋ ਉਹਨਾਂ ਦੀ ਜ਼ਿੰਦਗੀ ਰਿਲੇਟਡ ਜਾਂ ਉਹਨਾਂ ਦੇ ਰਚਨਾਵਾਂ ਤੇ ਹੋਰ ਜਿਵੇਂ ਸੰਵਿਧਾਨ ਬਾਰੇ ਸਭ ਕੁਝ ਇਹਨਾਂ ਦਾ ਇੱਕ ਪ੍ਰਤੀਯੋਗਤਾ ਕਰਾਈ ਗਈ ਸੀ। ਇਹਦੇ ਵਿੱਚ ਬਹੁਤ ਸਟੂਡੈਂਟਾਂ ਨੇ ਭਾਗ ਲਿਆ, ਜਿਵੇਂ ਨੇੜੇ ਕਾਲਜ ਮੌੜ ਕੈਂਪਸ ਹੋ ਗਿਆ ਤੇ ਝਨੀਰ ਕੈਂਪਸ ਤੇ ਬਠਿੰਡੇ ਤੋਂ ਵਿਦਿਆਰਥੀ ਪਹੁੰਚੇ ਤੇ ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਹਾਂ। ਬਾਕੀ ਇਹ ਪ੍ਰਤੀਯੋਗਤਾਵਾਂ ਦਾ ਕਰਾਉਣ ਦਾ ਇੱਕ ਮਕਸਦ ਹੈ ਵੀ ਬੱਚਿਆਂ ਵਿੱਚ ਸਾਹਿਤ ਪ੍ਰਤੀ ਰੁਚੀ ਵਧੇ ਤੇ ਜਿਸ ਤਰ੍ਹਾਂ ਆਪਾਂ ਦੇਖਿਆ ਜਾ ਰਿਹਾ ਵੀ ਆਪਣੇ ਕਾਲਜ ਵੱਲੋਂ ਗੁਰੂ ਕਾਸ਼ੀ ਕਾਲਜ ਵੱਲੋਂ ਆਏ ਮਹੀਨੇ ਕੋਈ ਨਾ ਕੋਈ ਪ੍ਰਤੀਯੋਗਤਾ ਕਰਾਈ ਜਾਂਦੀ ਆ। ਤੇ ਇੱਕ ਹੋਰ ਤੇ ਦੇਖਿਆ ਜਾ ਰਿਹਾ ਵੀ ਆਏ ਜਿਵੇਂ ਚੱਲੀ ਜਾਂਦਾ ਹੈਗਾ ਤੇ ਸਟੂਡੈਂਟਾਂ ਦੀ ਗਿਣਤੀ ਵੱਧਦੀ ਜਾਂਦੀ ਹੈਗੀ ਤੇ ਇਹਦਾ ਮਤਲਬ ਪਤਾ ਲੱਗਦਾ ਵੀ ਬੱਚੇ ਨਾਲ ਨਵੇਂ ਵੀ ਜੁੜ ਰਹੇ ਹੈਗੇ ਤੇ ਇਹ ਆਪਾਂ ਨੂੰ ਇੱਕ ਵਧੀਆ ਤਰੀਕਾ ਵੀ ਹੈਗਾ ਬੱਚਿਆਂ ਨੂੰ ਨਾਲ ਜੋੜਨ ਦਾ। ਇਹਨਾਂ ਸੰਵਿਧਾਨ ਆਪਣਾ ਜਿਵੇਂ ਸੰਵਿਧਾਨ ਬਾਰੇ ਹੈਗਾ, ਹੋਰ ਚੀਜ਼ਾਂ ਬਾਰੇ, ਇਹਨਾਂ ਬਾਰੇ ਬੱਚਿਆਂ ਨੂੰ ਬਹੁਤ ਨੌਲੇਜ ਮਿਲੀ ਤੇ ਹੁਣ ਆਪਣਾ ਅੱਜ ਪੇਪਰ ਹੋ ਚੁੱਕਿਆ 80 ਨੰਬਰਾਂ ਦਾ ਤੇ ਉਹਦੇ ਵਿੱਚ ਹੁਣ ਰਿਜ਼ਲਟ ਕੱਢਣਗੇ, ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਤੇ ਹੁਣ ਚਲੋ ਇੱਕ ਸੈਮੀਨਾਰ ਕਰਾ ਰਹੇ ਨੇਗੇ ਤੇ ਇਸੇ ਤਾਂ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਸਟੂਡੈਂਟਾਂ ਦਾ ਤੇ ਜਿਹੜੇ ਦੂਰੋਂ ਪਹੁੰਚੇ। ਰੋਜ਼ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ ਸਾਬੋ ਦੀ ਵਿਦਿਆਰਥਣ ਹਾਂ। ਅੱਜ ਸਾਡੇ ਕਾਲਜ ਦੇ ਵਿੱਚ ਇੱਕ ਵਰਕਸ਼ਾਪ ਰੱਖੀ ਗਈ ਹੈ ਜਿਸ ਵਿੱਚ ਇੱਕ ਪੇਪਰ ਹੋਇਆ ਸੀ ਉਸਦੇ ਵਿੱਚ ਮੇਰਾ ਪੇਪਰ ਬਹੁਤ ਵਧੀਆ ਹੋਇਆ। ਉਸਦੇ ਵਿੱਚ ਸਾਨੂੰ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਜਿਵੇਂ ਸੰਵਿਧਾਨ ਬਾਰੇ, ਸ਼ਹੀਦ ਭਗਤ ਸਿੰਘ ਜੀ, ਅਮ੍ਰਿਤਾ ਪ੍ਰੀਤਮ, ਖੁਸ਼ਵੰਤ ਸਿੰਘ ਬਾਰੇ ਆਇਆ ਸੀ।